ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ। ਅਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿਸ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ ਨਾ ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਬਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਲਿਆ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾਇ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾਇ। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਪਾਤਸ਼ਾਹ ਕੀਤਾ ਲੋੜੀਏ ਕੰਮ ਸੁਹਰ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨਹੀਂ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखली बतीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलने जिन्ना मेरिया उच्चा सुच्चा नाम चेता वे। श्री गुरु नानक नाम चढ़दी कला, तेरे पानी सरबत का पला। तारे जहान लयाय विमान, जिन्हें दर्शन पाया।
ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਤਾਰਿਆ ਜਹਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆਇਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ
तारिया जहान लया अभिमान जिने दर्शन पाया जिने तुधनो तन किया तिन जम निर्णाया तारिया जहान लया अभिमान जिने दर्शन पाया जिने तुधनो तन किया तिन जम निर्णाया तारिया जहान लया अभिमान जिने दर्शन पाया जिने तुधनो तन किया तिन जम निर्णाया मन साचा मुख साचा सोए साचा तेरा नाम जी निरपोते निर्वैर है मेरे सतगुर सेवा राम सतगुर सेवा राम जी साढ़े अंग संग होए सहाय सतगुर सेवा राम जी साढ़े अंग संग होए सहाय साहिब संत माता जी ने कीता है कमाल सारियां नू इकट्ठा करके रखिया है समान नाम जपदे नाम जपांदे इन्हां दा कारोबार धन धन श्री गुरु नानक जहां चरना तो बलिहारे धन धन छेवें पातशाह जहां चरना तो बलिहारे तन तन साहिब संत माता जी दे चरना तो बलिहार तन तन सतगुरु सेवा राम साहिब आप जी दी सदाई जय तन तन साहिब संत माता जी आप जी कोट कोट नमस्कार दंडोत बंदन अनेक बार सर्व कला समरथ डोलन तेरा खो प्रभु नानक दे कर हथ होवे सिफत कसम दी नूर अरसों कुरसों चटिए तुद डिठे सच्चे पातशाह मल जन्म जन्म दी कटिए सच जे गुरपुर माया क्यों एदो बोलो हटिए तुद डिठे सच्चे पातशाह जन्म जन्म दी कटिए तुद डिठे सच्चे पातशाह मल जन्म जन्म दी कटिए एक ओंकार सतगुर प्रसाद तन तन श्री सतगुरु बालक सिंह साहिब सच्चे पातशाह जी तन तन श्री सतगुरु संगता साहिब सच्चे पातशाह जी तन तन श्री सतगुरु नारायण दास साहिब सच्चे पातशाह जी तन तन श्री सतगुरु राम साहिब सच्चे पातशाह जी। साखी ਭਾਈ ਡੋਡਾ ਅਤੇ ਭਾਈ ਸੀਤਲ ਦੀ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਾਬਾਣੀਆਂ ਕਹਾਣੀਆਂ
पुत सपुत करेन। इसे वाक अनुसार श्री सतगुरु भगवान दास जी श्री सतगुरु बालक सिंह जी दे जीवन काल नाल संबंधित साखियां भी सुनाया। इसे वाक अनुसार श्री सतगुरु भगवान दास जी श्री सतगुरु बालक सिंह जी दे जीवन काल नाल संबंधित साखियां भी सुनाया करते रहंदे सन। एक बार उन्होंने भाई डोडे नूं अते भाई डोडे अते भाई सीतल की साखी सुनाई। ये दोवें भरा मनेरी पिंड रहंदे सन अते इन्हां दी कपड़े की दुकान सी। एक बार एक नामी जमींदार खान इन्हां दी दुकान ते आया अते एक पगड़ी देण लई किया। इन्हां ने कुछ थान खान नूं दिखाए ताकि वो पगड़ी लई कपड़ा पसंद कर ले। उसने एक थान नालों पगड़ी लई कपड़ा पड़वाया। भाई डोडे ने उसनूं कीमत दसी तां खान ने कहा, मैं तुहानूं इसकी कीमत नहीं देंगा, ये मैं मुफ्त ही लै जावांगा। इन्होंने समझा खान घरों पैसे नहीं लिया, सो उन्होंने कहा, खान जी तुसी वड्डे आदमी हो, जे पैसे नाल नहीं लियाए तां घर जाके भिजवा देना। खान ने अखां लाल पीलियां करके रौब नाल कहा, मैं कह रहा हाँ कि मैनू ये पगड़ी मुफ्त चाहिए है, मैं तुहानू इसकी कीमत नहीं देनी। तुसी फिर भी पैसों की गल करते जा रहे हो। तुहानू मेरी गल दी समझ नहीं आ रही। भाई डोडे अते सीतल ने फिर भी नरमी नाल किया, खान जी तुसी साडे पुराने गाहक हो, पहला कदी तुसी अजिही गल नहीं कीती, अज तुसी इस तरह क्यों बोल रहे हो। खान ने फिर गुस्से नाल किया, ये पगड़ी मैनू मुफ्त ही चाहिए है, जे तुसी राजी खुशी नाल नहीं दोगे तां मैं जोर जबरदस्ती नाल भी ये लै जावांगा। खान की गल सुन के दोवां भरावां ने एक दूजे वल वेख्या अते कपड़ा वापस अंदर रख दिता अते कहा, असी इस तरह तौंस तो डर के पगड़ी नहीं देवांगे। खान गुस्से विच उन्हां नूं मार मुकान की धमकी दे के टुर गया अते कहंदा गया, मैं वेखांगा तुसी रोज़ वांग बरगढ़ नदी ते किवें जाओगे, मैं तुहानू मार मुका देवांगा। इन्हां दोवां भरावां ने कहा, खान साडा श्री सतगुरु बालक सिंह पूरा है, ओ ही साडा रखवाला है, सानू उसे दी ओट है। ये दोवें भरा अगले दिन नित वांगू बार बरगढ़ नदी ते गए, इशनान किया, सिमरन दे लई बार बरगढ़ दे कंढे ते बैठ गए। ये दोवें तां खान नू देखते रहे, पर खान नू ये नज़र ना आए। 3 दिन ये रोज़ श्री सतगुरु जी ये चोज श्री सतगुरु जी वरतांदे रहे। 3 दिनों बाद खान फिर इन्हां दी दुकान ते गया अते आखण लगा, डर गए हो, 3 दिन बाहर नहीं निकले,
ਬਰਗਣ 'ਤੇ ਜਾਣਾ ਛੱਡ ਦਿੱਤਾ ਜੇ? ਤਾਂ ਇਹਨਾਂ ਭਰਾਵਾਂ ਨੇ ਜਵਾਬ ਦਿੱਤਾ, ਸਾਨੂੰ ਤੇਰਾ ਕੋਈ ਡਰ ਨਹੀਂ। ਅਸੀਂ ਤਿੰਨੇ ਦਿਨ ਉੱਥੇ ਜਾਂਦੇ ਰਹੇ ਹਾਂ, ਪਾਠ ਸਿਮਰਨ ਵੀ ਰੋਜ਼ ਕਰਕੇ ਆਉਂਦੇ ਰਹੇ ਹਾਂ। ਪਹਿਲੇ ਦਿਨ ਤੂੰ ਦੀਵਾਰ ਦੀ ਓਟ ਲੈ ਕੇ ਖੜਾ ਸੀ, ਦੂਜੇ ਦਿਨ ਦਰਖਤ ਦੇ ਓਹਲੇ, ਅਤੇ ਅੱਜ ਤੀਜੇ ਦਿਨ ਤੂੰ ਟਿੱਬੇ ਵਿੱਚ ਬੈਠਾ ਹੋਇਆ। ਟਿੱਬੇ ਵਿੱਚ ਬੈਠਾ ਹੋਇਆ ਸੀ। ਅਸੀਂ 3 ਦਿਨ ਤੇਰੇ ਕੋਲੋਂ ਲੰਘ ਕੇ ਜਾਂਦੇ ਰਹੇ, ਪਰ ਤੈਨੂੰ ਕੁਝ ਨਹੀਂ ਦਿਸਿਆ। ਸਾਡੇ ਸਤਿਗੁਰਾਂ ਨੇ ਸਾਡੀ ਰਖਵਾਲੀ ਕੀਤੀ ਹੈ। ਇਹ ਸੁਣ ਕੇ ਖਾਨ ਨੇ ਕਿਹਾ, ਧੰਨ ਤੁਸੀਂ ਤੇ ਧੰਨ ਤੁਸਾਂ ਦਾ ਗੁਰੂ ਹੈ। ਜਦੋਂ ਜਦੋਂ ਤੁਸੀਂ ਆਪਣੇ ਪੀਰ ਮੁਰਸ਼ਦ ਨੂੰ ਯਾਦ ਕਰਦੇ, ਮੇਰੇ ਪਾਸੋਂ ਲੰਘਦੇ ਰਹੇ। ਤੁਸੀਂ ਤਾਂ ਮੈਨੂੰ ਵੇਖਦੇ ਰਹੇ, ਪਰ ਮੈਨੂੰ ਤੁਸੀਂ ਨਜ਼ਰ ਨਾ ਆਏ। ਮੈਂ ਅੰਨਾ ਹੋ ਜਾਂਦਾ ਰਿਹਾ। ਦੋਵਾਂ ਭਰਾਵਾਂ ਨੇ ਖਾਨ ਨੂੰ ਕਿਹਾ, ਅਸੀਂ ਹੁਣ ਵੀ ਕਹਿੰਦੇ ਹਾਂ, ਜੇ ਤੂੰ ਗਰੀਬ ਹੈ ਤਾਂ ਬਿਨਾਂ ਪੈਸੇ ਦਿੱਤਿਆਂ ਪਗੜੀ ਲੈ ਜਾ, ਨਹੀਂ ਤੇ ਸਾਨੂੰ ਪੈਸੇ ਦੇ ਕੇ ਲੈ ਜਾ। ਇਹ ਸਾਨੂੰ ਤੇ ਤੈਨੂੰ ਸੁਭਦਾ ਹੈ। ਖਾਨ ਸੋਚਦਾ ਰਹਿ ਗਿਆ। ਭਾਈ ਡੋਡਾ ਨੇ ਕਿਹਾ, ਖਾਨ ਜੀ, ਸਾਡੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਹੱਕ ਪਰਾਇਆ ਨਾਨਕਾ, ਉਸ ਸੁअर ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਜਾ ਮੁਰਦਾਰ ਨਾ ਖਾਏ। ਕੀ ਮਤਲਬ? हैरान होके खान ने पूछा, खान जी, पराया हक जे हिंदू खांदा है तां उस लई गां खाण वर्गा है, जे मुसलमान पराया हक खांदा है तां सूअर खांदा है। भाई सीतल ने उसनू अर्थ दसे। तोबा तोबा, मैं इतना वड्डा गुनाह करन लगा सां। ਤੁਹਾਡੇ ਪੀਰ ਨੇ ਤੁਹਾਡੀ ਤਾਂ ਰਖਵਾਲੀ ਕਰਨੀ ਹੀ ਸੀ। ਮੈਨੂੰ ਵੀ ਇਤਨੇ ਵੱਡੇ ਗੁਨਾਹ ਤੋਂ ਉਹਨਾਂ ਨੇ ਬਚਾ ਲਿਆ ਹੈ, ਕਹਿ ਕੇ ਉਸ ਖਾਨ ਨੇ ਜੇਬ ਵਿੱਚੋਂ ਪੈਸੇ ਕੱਢੇ ਅਤੇ ਉਹਨਾਂ ਨੂੰ ਭਾਈ ਡੋਡੇ ਦੇ ਹੱਥ 'ਤੇ ਰੱਖ ਕੇ ਪਗੜੀ ਲੈ ਲਿੱਤੀ ਅਤੇ ਨਿਹਾਇਤ ਹਲੀਮੀ ਨਾਲ ਅਰਜ਼ ਕੀਤੀ, ਜਦ ਕਦੀ ਵੀ ਤੁਹਾਡੇ ਕਾਮਲ ਪੀਰ ਇੱਥੇ ਆਵਣ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਾਣੇ। ਤੋਬਾ ਤੋਬਾ, ਮੈਂ ਇੰਨਾ ਵੱਡਾ ਗੁਨਾਹ ਕਰਨ ਲੱਗਾ ਸਾਂ। ਤੁਹਾਡੇ ਪੀਰ ਨੇ ਤੁਹਾਡੀ ਰਖਵਾਲੀ ਕਰਨੀ ਹੈ ਸੀ। ਮੈਨੂੰ ਵੀ ਇਤਨੇ ਵੱਡੇ ਗੁਨਾਹ ਤੋਂ ਉਹਨਾਂ ਨੇ ਬਚਾ ਲਿਆ ਹੈ, ਕਹਿ ਕੇ ਉਸ ਖਾਨ ਨੇ ਜੇਬ ਵਿੱਚੋਂ ਪੈਸੇ ਕੱਢੇ ਅਤੇ ਉਹਨਾਂ ਨੂੰ ਭਾਈ ਡੋਡੇ ਦੇ ਹੱਥ 'ਤੇ ਰੱਖ ਦਿੱਤੇ। ਪਗੜੀ ਲੈ ਲਿੱਤੀ ਅਤੇ ਨਿਹਾਇਤ ਹਲੀਮੀ ਨਾਲ ਅਰਜ਼ ਕੀਤੀ, ਜਦ ਕਦੀ ਵੀ ਤੁਹਾਡੇ ਕਾਮਲ ਪੀਰ ਇੱਥੇ ਆਵਣ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਾਣੇ। ਸਾਖੀ ਪੂਰੀ ਹੋਈ। ਏਕ ਓਂਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਨਿਰੰਕਾਰ ਦੇ ਰੂਪ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦੀ। ਰਾਏ ਸਾਹਿਬ ਰਾਮਚੰਦ
रोज़ दे नितनेम अनुसार अमृत वेले उठ के इशनान करके एक दिन कमरे विच बैठे नाम सिमरन विच लीन हो गए। सूरत 10वें द्वार पुज गई। उसने श्री सतगुरु भगवान दास जी दे विचित्र स्वरूप नूं वेख्या, जो अपने सिंहासन ते विराजमान सन, चमर हो रहे सन। तन निरंकार दी धुन उठ रही सी ते जोतां जगमगा रही सन। इतने विच उसकी समाधि खुल गई। वो सोचण लगा, पहला तो मैं सतगुरु नूं बाल सखा समझदा रहा, फिर ये समझ आई जो ये सतगुर हैं, पर अज ये सोझी पै गई है कि वो निरंकार ही सतगुरां दे स्वरूप विच विचर रहा है। उस सतगुरां दा लख लख धन्नवाद कीता कि उन्हां आप ही ये सारी सोझी कराई है, दस पाई है। उस समय राय साहिब नूं ये तुक्कां याद आईयां। सूई महला पंजवां। पार ब्रह्म परमेसर सतगुर आपे करने हारा, चरण तूड़ तेरी सेवक मांगे, तेरे दर्शन को बलिहारा। मेरे राम राय ज्यों राखे त्यों रहिए, तुद पावे ता नाम जपावे, सुख तेरा दिता लहिए राओ। मुकत पुगत जुगत तेरी सेवा, जिस तू आप कराए, तहा बैकुंठ जह कीर्तन तेरा, तू आपे सरधा लाहे। सिमर 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 नाम जीवा, तन मन होए निहाला, चरण कमल तेरे तोए तोए पीवा, मेरे सतगुर दीन दयाला। कुर्बान जाई उस वेला सुहावी, जित तुमरे द्वारे आया, नानक को प्रभ पए कृपाला, सतगुर पूरा पाया। ये शब्द पढ़ के राय साहिब ने आख्या, इत्थे भी तू है ते उत्थे भी तू है। फिर उठ के मोटर विच बह के कैमलपुर वल चल पिया। जद कैमलपुर पुजा तां सतगुरु भगवान दास जी बैठक विच बैठे हुए सन। कुछ होर सिख भी पास बैठे सन। आके मत्था टेकिया अते लगा वैराग करन। फिर उठ के सतगुरां नूं बेनती कीती, मैनू तुहाडे नाल बड़ा ज़रूरी काम है, मैं एकांत विच ही बेनती करना चाहुंदा हाँ। सतगुर जी राय साहब नूं दूजे कमरे विच लै गए। राय साहब रामचंद ने अंदरों कुंडी मार दी तां सतगुरां मुस्कुरा के कहा, अज सानू अंदर डक रहे हो। ये सुन के राय साहब ने मुस्कुरा के बेनती की थी, तुसानू कौन डक सकता है, तुसी तां सर्व व्यापक हो। फिर उस सतगुरां दे चरण फड़ ले अते बेनती की थी, तू निरंकार है, तू निरंकार है। इस तरह कई बार किया अते आख्या,
तुसां मैनू इस गल दी दस आप ही पाई है। ये सुन के सतगुरां हुक्म कीता, रामचंद अंदर हो जा। रामचंद अंदर हो जा। तां राय साहेब विदेह हो गए अते विदेह दी हालत विच ही बोलदे रहे, नाओ तेरा निरंकार है, नाए लइए नरक ना जाइए। नाओ तेरा निरंकार है, नाए लइए नरक ना जाइए। सतगुरां उस दी कंड ते हथ रखिया अते आख्या, सावधान हो जा रामचंद, सावधान हो जा रामचंद। तां राय साहेब देह विच आ गए। उस दिन तो उस दे प्यार विच होर वादा पै गया ते ओ अपने सतगुरु नूं निरंकार सतगुरु कह के पुकारन लगा। साहिबां दे उपदेश ते चल के ओ उचेरी पदवी दा पात्र होया। सतगुरां उस दी कंड ते हथ रखिया अते आख्या, सावधान हो जा रामचंद। तां राय साहेब देह विच आ गए। उस दिन तो उस दे प्यार विच होर वादा पै गया अते वो सामने सतगुरां नूं निरंकार सतगुरु कह के पुकारन लगा। साहिबां दे उपदेश दे चल के वो उचेरी पदवी दा पात्र होया। साखी पूरी हुई। एक ओंकार सतगुर प्रसाद, तन तन श्री सतगुरु बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नरैण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। साखी ठाकर भगवान दास दी। ठाकर भगवान दास कैमलपुर दे रहन वाले सन। ये ठाकर तोला राम सिंह जी दे पुत्र सन। एक वारी जदों ये श्री सतगुरु भगवान दास जी दे कोल आए, चरना ते मत्था टेकिया अते हथ जोड़ के बेनती कीती, साहिब जीओ बंबई तो खबर आई है कि उत्थे एक पहाड़ी सरकार वालों मिल रही है। साडे मैनेजर ने वो पहाड़ी लैण लई इजाज़त मंगी है। इत्थों बंदा भेजिया सी अते उसने भी लिखिया है कि पहाड़ी चंगी है। पत्थर अते रोड़ी दी विकारी भी उत्थे चंगी है। हुण सिर्फ साहिब जीओ आप जी दे हुक्म दी लोड़ है। साहिबा ने बचन कीता, जो पहाड़ी लै लो, तुहाडा ठेकेदारी दा कम पहला तो ही है। श्री सतगुरु संगता जी बरकत पाउणगे। इस तरह दे बचन साहिबा दे मुखारबिंद तो सुन के दूजे दिन ही ठाकर भगवान दास बंबई चले गए। उत्थे पहुँच के
ਉਹਨਾਂ ਆਪਣੇ ਮੈਨੇਜਰ ਨੂੰ ਕਿਹਾ ਪਹਾੜੀ ਲੈ ਲਓ। ਮੈਨੇਜਰ ਨੇ ਜ਼ੋਰ ਦੇ ਕੇ ਕਿਹਾ ਪਹਿਲਾਂ ਆਪ ਪਹਾੜੀ ਵੇਖ ਲਓ, ਫਿਰ ਹੀ ਉਸ ਨੂੰ ਲੈਣ ਦਾ ਨਿਰਣਾ ਕਰਾਂਗੇ। ਪਹਾੜੀ ਨੂੰ ਵੇਖ ਕੇ ਠਾਕਰ ਭਗਵਾਨ ਦਾਸ ਨੇ ਮੈਨੇਜਰ ਨੂੰ ਦੱਸਿਆ ਸ੍ਰੀ ਸਤਿਗੁਰੂ ਜੀ ਨੇ ਇਸ ਪਹਾੜੀ ਨੂੰ ਇਸ ਪਹਾੜੀ ਨੂੰ ਲੈ ਲੈਣ ਦੀ ਆਗਿਆ ਦਿੱਤੀ ਹੈ। ਫਿਰ ਉਹ ਪਹਾੜੀ ਸਰਕਾਰ ਤੋਂ 99 ਸਾਲ ਦੇ ਪੱਟੇ ਲੀਜ਼ 'ਤੇ ਲੈ ਲਈ। ਉਸ ਕਾਰੋਬਾਰ ਤੋਂ ਠਾਕਰ ਭਗਵਾਨ ਦਾਸ ਨੂੰ ਚੰਗਾ ਲਾਭ ਪ੍ਰਾਪਤ ਹੋਇਆ। 30-40 ਸਾਲ ਖੂਬ ਪੱਥਰ ਪ੍ਰਾਪਤ ਕੀਤਾ ਤੇ ਹੁਣ ਵੀ ਉਸ ਪਹਾੜੀ ਵਿੱਚੋਂ ਪੱਥਰ ਨਿਕਲ ਰਿਹਾ ਹੈ, ਕਿਉਂਕਿ ਜਦੋਂ ਕਦੇ ਵੀ ਕੰਮ ਕਰਨ ਵਾਲੇ ਪੱਥਰ ਤੇ ਖਤਮ ਹੋਣ ਦੀ ਖਬਰ ਦਿੰਦੇ ਤਾਂ ਠਾਕਰ ਭਗਵਾਨ ਦਾਸ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦਾ ਨਾਂ ਲੈ ਕੇ ਜਿੱਥੇ ਆਪਣੀ ਸੋਟੀ ਲਾ ਕੇ ਖੁਦਾਈ ਕਰਨ ਦਾ ਹੁਕਮ ਦਿੰਦੇ ਉੱਥੋਂ ਪੱਥਰ ਨਿਕਲ ਆਉਂਦਾ। ਜਦ ਠਾਕਰ ਹਰਬੰਸ ਸਿੰਘ ਨੇ ਵੇਖਿਆ ਕਿ ਉਸ ਦਾ ਵੱਡਾ ਭਰਾ ਠਾਕਰ ਭਗਵਾਨ ਦਾਸ ਸ੍ਰੀ ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਜੋ ਵੀ ਕੰਮ ਕਰਦਾ ਹੈ ਉਸ ਤੋਂ ਉਸ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ, ਤਾਂ ਇੱਕ ਦਿਨ ਠਾਕਰ ਹਰਬੰਸ ਸਿੰਘ ਨੇ ਵੀ ਸ੍ਰੀ ਸਤਿਗੁਰੂ ਜੀ ਦੇ ਦੁਆਰੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਨੌਸ਼ਹਿਰੇ ਮਿਲਟਰੀ ਲਈ ਬੈਰਕਾਂ ਬਣਾਉਣ ਦਾ ਠੇਕਾ ਲਿਆ ਹੈ ਅਤੇ ਉਹ ਵਕਤ ਸਿਰ ਪੂਰਾ ਨਹੀਂ ਹੋ ਰਿਹਾ। ਉੱਥੇ ਅੰਗਰੇਜ਼ ਅਫਸਰ ਹੈ ਅਤੇ ਉਹ ਬੜਾ ਸਖਤ ਹੈ। ਉੱਥੇ ਅੰਗਰੇਜ਼ ਅਫਸਰ ਹੈ ਅਤੇ ਉਹ ਬੜਾ ਸਖਤ ਹੈ। ਮੈਂ ਹੁਣ ਉੱਥੇ ਜਾ ਰਿਹਾ ਹਾਂ, ਕਿਰਪਾ ਕਰਕੇ ਮੇਰੇ 'ਤੇ ਬਖਸ਼ਿਸ਼ ਦੀ ਦ੍ਰਿਸ਼ਟੀ ਕਰੋ। ਉਸ ਦੀ ਬੇਨਤੀ ਸੁਣ ਕੇ ਸਾਹਿਬਾਂ ਨੇ ਬਚਨ ਕੀਤਾ, ਜਾਓ ਰੱਬ ਰਾਖਾ। ਜਦ ਠਾਕਰ ਹਰਬੰਸ ਸਿੰਘ ਨੌਸ਼ਹਿਰੇ ਮਿਲਟਰੀ ਦੇ ਦਫ਼ਤਰ ਪੁੱਜਾ ਅਤੇ ਉਸ ਅੰਗਰੇਜ਼ ਅਫਸਰ ਤੋਂ ਠੇਕਾ ਪੂਰਾ ਕਰਕੇ ਦੇਣ ਲਈ 1 ਮਹੀਨੇ ਦੀ ਮੋਹਲਤ ਹੋਰ ਮੰਗੀ, ਤਾਂ ਉਸ ਅੰਗਰੇਜ਼ ਅਫਸਰ ਨੇ ਜਵਾਬ ਦਿੱਤਾ, ਠਾਕਰ ਸਾਹਿਬ ਤੁਸੀਂ 1 ਮਹੀਨੇ ਦਾ ਹੋਰ ਵਕਤ ਮੰਗਦੇ ਹੋ, ਮੈਂ ਤੁਹਾਨੂੰ 2 ਮਹੀਨੇ ਦਾ ਵਕਤ ਦਿੰਦਾ ਹਾਂ, ਪਰ ਕੰਮ ਠੇਕੇ ਦੀਆਂ ਸ਼ਰਤਾਂ ਅਨੁਸਾਰ ਹੀ ਮੁਕੰਮਲ ਹੋਣਾ ਚਾਹੀਦਾ ਹੈ। ਇਹ ਸੁਣ ਕੇ ਠਾਕਰ ਹਰਬੰਸ ਸਿੰਘ ਬਹੁਤ ਖੁਸ਼ ਹੋਇਆ ਅਤੇ ਉਸ ਆਪਣੇ ਮਨ ਵਿੱਚ ਵਾਰ-ਵਾਰ ਸ੍ਰੀ ਸਤਿਗੁਰੂ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਸੀਸ ਦੇ ਕਾਰਨ ਹੀ ਉਸ ਨੂੰ ਇਤਨਾ ਵਕਤ ਮਿਲਿਆ ਹੈ। 2 ਮਹੀਨੇ ਦਾ ਖੁੱਲ੍ਹਾ ਵਕਤ ਹੋਣ ਕਰਕੇ ਠਾਕਰ ਹਰਬੰਸ ਸਿੰਘ ਨੇ ਉਸ ਕੰਮ ਨੂੰ ਉਸ ਅੰਗਰੇਜ਼ ਅਫਸਰ ਦੀ ਕਹੇ ਮੁਤਾਬਕ ਮੁਕੰਮਲ ਕਰਾਇਆ ਅਤੇ ਉਸ ਨੂੰ ਲਾਭ ਵੀ ਚੰਗਾ ਹੋਇਆ। ਸ੍ਰੀ ਸਤਿਗੁਰੂ ਜੀ ਦੀ ਠਾਕਰ ਪਰਿਵਾਰ 'ਤੇ ਅਪਾਰ ਕਿਰਪਾ ਸੀ। ਇਸ ਗੱਲ ਦਾ ਸਾਰੀ ਸੰਗਤ ਨੂੰ ਚੰਗੀ ਤਰ੍ਹਾਂ ਪਤਾ ਸੀ। ਇਹ ਪਰਿਵਾਰ ਬਾਬਾ ਠੰਡਾ ਜੀ ਦੀ ਅੰਸ਼ ਵਿੱਚੋਂ ਹੈ। ਠਾਕਰ ਹਰਬੰਸ ਸਿੰਘ ਦੀ ਗੱਲ ਤੋਂ ਕੁਝ ਦਿਨ ਬਾਅਦ ਠਾਕਰ ਭਗਵਾਨ ਦਾਸ ਸ੍ਰੀ ਸਤਿਗੁਰੂ ਭਗਵਾਨ ਦਾਸ ਸਾਹਿਬ ਜੀ
पास आए ਅਤੇ ਬੇਨਤੀ ਕੀਤੀ, ਸਾਹਿਬ ਜੀਓ ਮੈਂ ਕੁਹਾਟ ਜਾ ਰਿਹਾ ਹਾਂ, ਉੱਥੇ ਇੱਕ ਠੇਕੇ ਦੀ ਬੋਲੀ ਹੈ, ਉੱਥੇ ਇੱਕ ਠੇਕੇ ਦੀ ਬੋਲੀ ਹੋ ਰਹੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਠੇਕਾ ਮੈਨੂੰ ਮਿਲ ਜਾਏ। ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਠਾਕਰ ਜੀ ਨੂੰ ਅਸੀਸ ਦਿੱਤੀ, ਜਾਓ ਸ੍ਰੀ ਸਤਿਗੁਰੂ ਸੰਗਤਾਂ ਜੀ ਭਲੀ ਕਰਨਗੇ। ਜਦ ਠਾਕਰ ਭਗਵਾਨ ਦਾਸ ਕੁਹਾਟ ਪੁੱਜੇ ਤਾਂ ਉਹ ਠੇਕਾ ਵੀ ਉਹਨਾਂ ਨੂੰ ਬਗੈਰ ਬੋਲੀ ਦੇ ਹੀ ਮਿਲ ਗਿਆ। ਉਹਨਾਂ ਨੇ ਸਾਹਿਬਾਂ ਦਾ ਲੱਖ ਲੱਖ ਧੰਨਵਾਦ ਕੀਤਾ। ਉਹਨਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਸਤਿਗੁਰੂ ਜੀ ਦਾ ਆਸਰਾ ਲੈ ਕੇ ਜੋ ਵੀ ਕੰਮ ਕੀਤਾ ਜਾਏ ਉਸ ਵਿੱਚ ਸਦਾ ਲਾਭ ਹੀ ਹੁੰਦਾ ਹੈ। ਸਤਿਗੁਰਾਂ ਜੀ ਦਾ ਆਸਰਾ ਪ੍ਰਭੂ ਪਰਮਾਤਮਾ ਦਾ ਆਸਰਾ ਹੁੰਦਾ ਹੈ। ਇਹ ਠੇਕਾ ਵੀ ਸ੍ਰੀ ਸਤਿਗੁਰੂ ਜੀ ਦੇ ਹੁਕਮ ਕਰਕੇ इतनी आसानी नाल मिल गया है। ये सब बख्शिश उन्हां दी है। श्री सतगुरु भगवान दास जी ने ठाकर जी नूं असीस दिती, जाओ श्री सतगुरु संगता जी भली करनगे। जब ठाकर भगवान दास कुहाट पुजे तां ओ ठेका भी ਉਹਨਾਂ ਨੂੰ ਬਗੈਰ ਬੋਲੀ ਦੇ ਹੀ ਮਿਲ ਗਿਆ। ਉਹਨਾਂ ਨੇ ਸਾਹਿਬਾਂ ਦਾ ਲੱਖ ਲੱਖ ਧੰਨਵਾਦ ਕੀਤਾ। ਉਹਨਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਸਤਿਗੁਰੂ ਜੀ ਦਾ ਆਸਰਾ ਲੈ ਕੇ ਜੋ ਵੀ ਕੰਮ ਕੀਤਾ ਜਾਏ ਉਸ ਵਿੱਚ ਸਦਾ ਲਾਭ ਹੀ ਹੁੰਦਾ ਹੈ। ਸਤਿਗੁਰਾਂ ਜੀ ਦਾ ਆਸਰਾ प्रभु परमात्मा का आसरा होंदा है। ये ठेका भी श्री सतगुरु जी दे हुक्म करके इतनी आसानी नाल मिल गया है। ये सब बख्शिश उन्हां दी ही है। साखी पूरी हुई। एक ओंकार सतगुर प्रसाद। तन तन श्री सतगुरु बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नारायण दास साहिब सच्चे पातशाह जी। तन तन श्री सतगुरु साधु राम साहिब सच्चे पातशाह। साखी राय साहिब रामचंद दे सतगुरां लई हदवाना खरीदण दी। राय साहेब रामचंद रसालपुर दे रहने वाला सी, जिसदा अपने महबूब श्री सतगुरु भगवान दास जी नाल अटुट प्यार सी। इसनूं सरकार ने राय साहेब दी पदवी दिती हुई सी। इसनूं अपने सतगुरां ते पूरा भरोसा सी। ये बहुत भजनीक सी। कमरे का दरवाज़ा बंद करके नाम सिमरन विच लीन हो जाता सी ते इस दी लिव सतगुरां दे चरनां नाल जुड़ जाती सी। राय साहिब एक बार बीमार हो गया तां डॉक्टरां ने सलाह दी कि वो किसी दरिया किनारे खुले ते साफ वातावरण विच
कुछ दिन गुजारे ताकि सेहत ठीक हो जाए। राय साहिब ने दरिया लुंडा, जिसनों दरियाए काबुल भी कहते हैं, ਇਹ ਰਸਾਲਪੁਰ ਤੋਂ ਕੁਝ ਕੋਹਾਂ ਦੀ ਵਿੱਥ 'ਤੇ ਹੈ। ਉੱਥੇ ਇੱਕ ਕੱਚਾ ਜਿਹਾ ਕਮਰਾ ਬਣਵਾ ਲਿਆ ਅਤੇ ਰਹਿਣ ਲੱਗ ਪਿਆ। ਰਾਏ ਸਾਹਿਬ ਨੂੰ ਇੱਥੇ ਦਾ ਵਾਤਾਵਰਣ ਬਹੁਤ ਪਸੰਦ ਆਇਆ। ਮਨ ਵਿੱਚ ਆਈ ਜੋ ਕਿਤਨਾ ਚੰਗਾ ਹੋਵੇ ਜੋ ਮੇਰੇ ਪਿਆਰੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਵੀ ਕੁਝ ਦਿਨ ਮੇਰੇ ਕੋਲ ਇੱਥੇ ਆਏ ਕਰ ਠਹਿਰਨ। ਇਸ ਖੁੱਲ੍ਹੇ ਵਾਤਾਵਰਣ ਦੇ ਨਾਲ ਨਾਲ ਮੈਂ ਉਹਨਾਂ ਦੇ ਦਰਸ਼ਨ ਵੀ ਕਰਾਂਗਾ ਅਤੇ ਉਹਨਾਂ ਦੀ ਰਹਿਮਤ ਦਾ ਸਦਕਾ ਮੇਰਾ ਸਰੀਰ ਵੀ ਜਲਦੀ ਅਰੋਗ ਹੋ ਜਾਏਗਾ। ਰਾਏ ਸਾਹਿਬ ਨੇ ਆਪਣੇ ਸਪੁੱਤਰ ਫਕੀਰ ਚੰਦ ਨੂੰ ਸਤਿਗੁਰਾਂ ਵੱਲ ਕੈਮਲਪੁਰ ਭੇਜਿਆ ਅਤੇ ਪੱਕਾ ਕੀਤਾ। ਸਾਹਿਬਾਂ ਦੇ ਦੁਆਰੇ 'ਤੇ ਪੁੱਜ ਕੇ ਬੜੀ ਨਿਮਰਤਾ ਨਾਲ ਅਤੇ ਅਦਬ ਸਹਿਤ 2 ਹੱਥ ਜੋੜ ਕਰ ਬੇਨਤੀ ਕਰਨਾ ਕਿ ਆਪ ਜੀ ਦਾ ਦਾਸ ਰਾਮਚੰਦ ਬਿਮਾਰ ਹੈ। ਡਾਕਟਰ ਦੀ ਸਲਾਹ ਮੁਤਾਬਕ ਦਰਿਆ ਲੁੰਡੇ ਦੇ ਕਿਨਾਰੇ ਰਹਿ ਰਿਹਾ ਹੈ। ਆਪ ਕਿਰਪਾ ਕਰਕੇ ਉਸ ਨੂੰ ਉੱਥੇ ਦਰਸ਼ਨ ਦੇ ਕਰ ਉਸ ਦਾ ਦੁੱਖ ਨਿਵਰਿਤ ਕਰੋ। ਪਿਤਾ ਦਾ ਦਿੱਤਾ ਬੇਨਤੀ ਪੱਤਰ ਲੈ ਕਰ ਫਕੀਰ ਚੰਦ ਕੈਮਲਪੁਰ ਸਾਹਿਬਾਂ ਦੇ ਡੇਰੇ 'ਤੇ ਪੁੱਜਾ। ਸਾਹਿਬਾਂ ਦਾ ਦਰਸ਼ਨ ਕੀਤਾ ਉਪਰੰਤ ਆਪਣੇ ਪਿਤਾ ਜੀ ਵੱਲੋਂ ਭੇਜੀ ਅਰਦਾਸ ਸਾਹਿਬਾਂ ਦੇ ਚਰਨਾਂ ਵਿੱਚ ਰੱਖ ਦਿੱਤੀ ਅਤੇ 2 ਹੱਥ ਜੋੜ ਕੇ ਸਾਹਿਬਾਂ ਨੂੰ ਬੇਨਤੀ ਵੀ ਕੀਤੀ ਕਿ ਮੈਂ ਆਪ ਜੀ ਨੂੰ ਨਾਲ ਲੈ ਜਾਣ ਲਈ ਮੋਟਰ ਲੈ ਆਂਦੀ ਹੈ। ਤਾਂ ਸਤਿਗੁਰਾਂ ਨੇ ਕਿਹਾ, ਫਕੀਰ ਚੰਦ ਡਰਾਈਵਰ ਅਤੇ ਮੋਟਰ ਇੱਥੇ ਛੱਡ ਜਾ ਤੇ ਤੂੰ ਵਾਪਸ ਜਾ। ਰਾਮਚੰਦ ਨੂੰ ਦੱਸ ਦੇਣਾ ਜੋ ਅਸੀਂ ਕੱਲ੍ਹ ਆ ਰਹੇ ਹਾਂ। ਫਕੀਰ ਚੰਦ ਇਹ ਸੁਣ ਕੇ ਬਹੁਤ ਖੁਸ਼ ਹੋਇਆ। ਸਤਿਗੁਰਾਂ ਤੋਂ ਆਗਿਆ ਲੈ ਕਰ ਵਾਪਸ ਰਾਏ ਸਾਹਿਬ ਪਾਸ ਪੁੱਜਾ ਅਤੇ ਦੱਸਿਆ, ਸਤਿਗੁਰ ਜੀ ਕੱਲ੍ਹ ਇੱਥੇ ਪਧਾਰ ਰਹੇ ਹਨ। ਸਾਹਿਬਾਂ ਦੇ ਆਉਣ ਦਾ ਸੁਣ ਕੇ ਰਾਏ ਸਾਹਿਬ ਬਹੁਤ ਗਦਗਦ ਹੋਇਆ। ਉਹਨਾਂ ਦਿਨਾਂ ਵਿੱਚ ਹਦਵਾਣਿਆਂ ਦਾ ਮੌਸਮ ਸੀ। ਉਸਨੇ ਕੁਝ ਹਦਵਾਣੇ ਮੰਗਵਾਏ। ਉਹਨਾਂ ਵਿੱਚੋਂ ਸਭ ਤੋਂ ਚੰਗਾ ਹਦਵਾਣਾ ਚੁਣਿਆ। ਉਸ ਨੂੰ ਬੋਰੀ ਵਿੱਚ ਪਾਏ ਕਰ ਕਿੱਲਾ ਠੋਕ ਕੇ ਰੱਸੀ ਦਾ ਇੱਕ ਸਿਰਾ ਕਿੱਲੇ ਨਾਲ ਬੱਧਾ ਅਤੇ ਬੋਰੀ ਨੂੰ ਰੱਸੀ ਨਾਲ ਬੰਨ੍ਹ ਕੇ ਅਤੇ ਦਰਿਆ ਵਿੱਚ ਪਾ ਦਿੱਤਾ। ਉਹ ਸਾਹਿਬਾਂ ਦੇ ਪੁੱਜਣ ਦਾ ਇੰਤਜ਼ਾਰ ਬੜੀ ਤੀਵਰਤਾ ਨਾਲ ਕਰਨ ਲੱਗਾ। ਸ੍ਰੀ ਸਤਿਗੁਰੂ ਜੀ ਦੇ ਦੂਜੇ ਦਿਨ ਪੁੱਜਣ ਵਿੱਚ ਦੇਰ ਹੋ ਗਈ। ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਉਸਨੇ ਪਹਿਲੇ ਵਾਲਾ ਹਦਵਾਣਾ ਬਾਹਰ ਕੱਢ ਕੇ ਤਾਜ਼ਾ ਹਦਵਾਣਾ ਮੰਗਵਾ ਕੇ ਪਾਣੀ ਵਿੱਚ ਪਾ ਦਿੱਤਾ। ਅਗਲੇ ਦਿਨ ਸ੍ਰੀ ਸਤਿਗੁਰੂ ਜੀ ਕੁਝ ਸੇਵਕਾਂ ਸਹਿਤ ਅਤੇ ਆਪਣੇ ਦੋਤਰੇ ਸਾਹਿਬਜ਼ਾਦਾ ਸੇਵਾ ਰਾਮ ਜੀ ਨਾਲ ਰਾਏ ਸਾਹਿਬ ਪਾਸ ਪੁੱਜੇ ਤਾਂ ਰਾਏ ਸਾਹਿਬ ਨੇ ਸਤਿਗੁਰਾਂ ਦੇ ਚਰਨ ਪਰਸੇ। ਸ੍ਰੀ ਸਤਿਗੁਰੂ ਜੀ ਪਲੰਗ 'ਤੇ ਬਿਰਾਜ ਗਏ। ਕੁਝ ਚਿਰ ਬਾਅਦ ਰਾਏ ਸਾਹਿਬ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇੱਥੋਂ ਦੇ ਹਦਵਾਣੇ ਬਹੁਤ ਚੰਗੇ
ਤੇ ਮਿੱਠੇ ਹੁੰਦੇ ਹਨ। ਹੁਕਮ ਕਰੋ ਤੇ ਲੈ ਆਵਾਂ। ਸਤਿਗੁਰਾਂ ਕਿਹਾ, ਜਿਵੇਂ ਤੇਰੀ ਇੱਛਾ। ਰਾਏ ਸਾਹਿਬ ਨੇ ਦਰਿਆ ਵਿੱਚੋਂ ਹਦਵਾਣਾ ਕਢਵਾਇਆ ਤੇ ਆਣ ਕੇ ਸਾਹਿਬਾਂ ਅੱਗੇ ਰੱਖਿਆ। ਜਦ ਕੱਟਣ ਲੱਗਾ ਤਾਂ ਸਤਿਗੁਰਾਂ ਹੁਕਮ ਕੀਤਾ, ਜੋ ਹਦਵਾਣਾ ਪਹਿਲਾਂ ਤੂੰ ਸਾਡੇ ਲਈ ਰੱਖਿਆ ਸੀ ਉਸੇ ਨੂੰ ਹੀ ਕੱਟੋ। ਜਦ ਕੱਟਣ ਲੱਗਾ ਤਾਂ ਸਤਿਗੁਰਾਂ ਹੁਕਮ ਕੀਤਾ, ਜੋ ਹਦਵਾਣਾ ਪਹਿਲਾਂ ਤੂੰ ਸਾਡੇ ਲਈ ਰੱਖਿਆ ਸੀ ਉਸੇ ਨੂੰ ਹੀ ਕੱਟੋ, ਅਸਾਂ ਤਾਂ ਉਹੀ ਛਕਣਾ ਹੈ। ਰਾਏ ਸਾਹਿਬ ਨੇ ਸਤ ਬਚਨ ਕਹਿ ਕੇ ਪਹਿਲਾ ਹਦਵਾਣਾ ਮੰਗਵਾ ਕੇ ਕਟਿਆ। ਸਤਿਗੁਰਾਂ ਨੇ ਉਸ ਨੂੰ ਰਸਨੀ ਲਾਇਆ ਤੇ ਸੀਤ ਪ੍ਰਸ਼ਾਦ ਰਾਏ ਸਾਹਿਬ ਨੂੰ ਦੇ ਕਰ ਆਖਿਆ, ਤੂੰ ਵੀ ਇਸ ਨੂੰ ਛਕ ਤਾਂ ਜੋ ਠੀਕ ਹੋ ਜਾਵੇਂ। ਸਤਿਗੁਰਾਂ ਦਾ ਦਿੱਤਾ ਪ੍ਰਸ਼ਾਦ ਉਸਨੇ ਛਕਿਆ। ਖਾਣ ਤੋਂ ਉਪਰੰਤ ਉਸ ਦੀ ਸਿਹਤ ਚੰਗੀ ਹੋਣ ਲੱਗ ਪਈ। ਸ੍ਰੀ ਸਤਿਗੁਰੂ ਜੀ 2 ਦਿਨ ਉੱਥੇ ਰਹੇ। ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਦਰਿਆ ਦੇ ਪਾਣੀ ਵਾਂਗ ਚੱਲਣ ਲੱਗਾ। ਸਤਿਗੁਰਾਂ ਪਹਿਲੇ ਦਿਨ ਇਸ ਸ਼ਬਦ ਦੀ ਕਥਾ ਕੀਤੀ। ਰਾਗ ਮਲਾਰ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ। क्या तू सोचै क्या तू चितवै क्या तू करै उपाय। ताको कहो प्रवाह काहू की जह गोपाल सहाय। क्या तू सोचै क्या तू चितवै क्या तू करै उपाय। ताको कहो परवाह काहू की जह गोपाल सहाय। बरसै मेघ सखी कर पाहुन आए। मोहे दीन कृपा निध ठाकुर नवनिध नाम समाए रहाओ। अनेक प्रकार भोजन बहु किए बहु बिन पिंजन मिष्टाए। करी पाक साल सोच पवित्रा हुण लावो भोग हर राय। दुष्ट विदारे साजन रहसे एह मंदर कर अपनाए। ज्यों ग्रह लाल रंगियो आया तो मैं सब सुख पाए। संत सभा ओट गुर पूरे तुर मस्तक लेख लिखाए। जन नानक कंत रंगीला पाया फिर दुख ना लागे आए। सतगुरां इस शब्द द्वारा राय साहब ਨੂੰ ਦੱਸਿਆ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, हे ਜੀਵ, ਤੂੰ ਹੋਰ ਕੀ ਸੋਚਾਂ ਸੋਚਦਾ ਹੈ? ਤੂੰ ਹੋਰ ਕੀ ਉਪਾਅ ਚਿਤਵਦਾ ਹੈ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈ? ਵੇਖ, ਜਿਸ ਮਨੁੱਖ ਦਾ ਸਹਾਈ ਪਰਮਾਤਮਾ ਆਪ ਬਣਦਾ ਹੈ, 10 ਖਾਂ ਉਹਨੂੰ ਕਿਸੇ ਦੀ ਪਰਵਾਹ ਰਹਿ ਜਾਂਦੀ ਹੈ। ਜਦੋਂ ਉਹ ਜੀਵ ਪ੍ਰਭੂ ਨਾਲ ਲਿਵ ਜੋੜ ਲੈਂਦਾ ਹੈ ਤਾਂ ਫਿਰ ਉਹ ਕਹਿੰਦਾ ਹੈ ਉਸ ਦੇ ਅੰਦਰੋਂ ਤਪਸ਼ ਮਿਟ ਗਈ ਹੈ। ਉਸ ਨੂੰ ਇੰਜ ਜਾਪਦਾ ਹੈ ਜਿਵੇਂ ਉਸ ਦੇ ਅੰਦਰ ਪ੍ਰਭੂ ਦੀ ਮਿਹਰ ਰੂਪੀ ਜਿਵੇਂ ਉਸ ਦੇ ਅੰਦਰ ਪ੍ਰਭੂ ਦਾ ਮਿਹਰ ਰੂਪੀ ਬੱਦਲ ਵਸ ਰਿਹਾ ਹੈ।
ਹੁਣ ਉਹ ਆਖਦਾ ਹੈ ਕਿ ਇਹ ਨਾਮ ਹੀ ਮੇਰੇ ਵਾਸਤੇ 9 ਖਜ਼ਾਨੇ ਹਨ। ਜਿਵੇਂ ਕੋਈ ਇਸਤਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸਵਾਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਉਂਦੀ ਹੈ, ਇਸੇ ਤਰ੍ਹਾਂ ਸੇਵਕ ਕਹਿੰਦਾ ਹੈ, हे ਸੱਚੇ ਪਾਤਸ਼ਾਹ ਜੀ, ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ। ਮਿਹਰ ਕਰਕੇ ਤੇ ਹੁਣ ਇਸ ਨੂੰ ਪ੍ਰਵਾਨ ਕਰੋ। ਜਦੋਂ ਤੋਂ ਮੇਰੇ ਹਿਰਦੇ ਵਿੱਚ ਸੋਹਣਾ ਲਾਲ ਆ ਵਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ। ਪੰਜਵੇਂ ਨਾਨਕ ਜੀ ਕਥਨ ਕਰਦੇ ਹਨ, ਤੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿੱਚ ਪੁੱਜੇ, ਸਾਧ ਸੰਗਤ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਆਨੰਦਦਾਇਕ ਪ੍ਰਭੂ ਪਤੀ ਮਿਲ ਪੈਂਦਾ ਹੈ। ਉਸ ਨੂੰ ਫਿਰ ਕੋਈ ਦੁੱਖ ਪੋ ਨਹੀਂ ਸਕਦਾ। ਰਾਏ ਸਾਹਿਬ ਨੇ ਇਸ ਸ਼ਬਦ ਦਾ ਭਾਵ ਸਮਝ ਲਿਆ। ਦੂਜੇ ਦਿਨ ਸਤਿਗੁਰਾਂ ਨੇ ਇਸ ਸ਼ਬਦ ਦੀ ਕਥਾ ਕੀਤੀ। ਪ੍ਰਭਾਤੀ ਮਹਲਾ ਤੀਜਾ, ਜੋ ਤੇਰੀ ਸਰਣਾਈ ਹਰ ਜਿਉ, ਤਿਨ ਤੂ ਰਾਖਨ जोग, तुद जेवड में अवर न सूझै, ना को हुआ न होग। हर जियो सदा तेरी सरनाई, ज्यों पावै त्यों राखो मेरे स्वामी, एह तेरी वड्याई रहाओ। जो तेरी सरनाई हर जियो, तिनकी करह प्रतिपाल, आप कृपा कर राखो हर जियो, पहो न सकै जमकाल। तेरी सरनाई सच्ची हर जियो, ना ओ कटै न जाए, जो हर छोड़ दूजे पाए लागै, ओ जमै तै मर जाए। जो तेरी सरनाई हर जियो, तिना दुख भूख किछ नाहे, नानक नाम सलाह सदा तू, सच्चै शब्द समाहे। सतगुरां समझाया तीजी पातशाही श्री सतगुरु अमरदास जी ने, श्री सतगुरु अमरदास जी दो जहाना दे मालक होए। दो जहाना दे मालक होए के अरदास कर रहे हैं ते परमात्मा दी सिफत सलाह कर रहे हैं। हे प्रभु जी, जेड़े मनुख तेरी शरण आ पैंदे हन, तो उन्हां दी रखिया करन दे समर्थ हैं। हे प्रभु जी, तेरे बराबर दा मैनू होर कोई नहीं सूझदा। अजे तक तेरे बराबर दा ना कोई होया है, अगाहां नू ना कोई होवेगा। हे प्रभु जी, जेड़े मनुख तेरी शरण आ पैंदे हन, तू आप उन्हां दी पालना करदा है। मेहर करके तू आप उन्हां दी रखिया करदा है। उन्हां नू फिर मौत दा डर भी पो नहीं सकदा। हे प्रभु जी, तेरी ओट सदा कायम रहन वाली है, ना वो कटदी है ना वो ख़त्म होंदी है। पर हे पाई, जेड़ा मनुख
ਪ੍ਰਭੂ ਦੀ ਓਟ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗ ਪੈਂਦਾ ਹੈ, ਉਹ ਜਨਮ ਮਰਨ ਦੇ ਗੇੜੇ ਵਿੱਚ ਪੈ ਜਾਂਦਾ ਹੈ। ਹੇ ਪ੍ਰਭੂ ਜੀ, ਜਿਹੜੇ ਮਨੁੱਖ ਤੇਰੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ। ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ। ਤੀਜੀ ਪਾਤਸ਼ਾਹੀ ਸ੍ਰੀ ਸਤਿਗੁਰੂ ਅਮਰਦਾਸ ਜੀ ਕਹਿੰਦੇ ਹਨ, ਮੇਰੇ ਧੰਨ ਗੁਰੂ ਨਾਨਕ ਮੈਨੂੰ ਦੱਸ ਪਾਈ ਹੈ, ਜੋ ਪਰਮਾਤਮਾ ਦਾ ਨਾਮ ਸਦਾ ਸਲਾਉਂਦਾ ਰਿਹਾ ਕਰ। ਇਸ ਤਰ੍ਹਾਂ ਤੂੰ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੀਨ ਰਹੇਗਾ। ਇਸ ਤਰ੍ਹਾਂ ਤੂੰ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੀਨ ਰਹੇਗਾ। ਤਾਂ ਰਾਏ ਸਾਹਿਬ ਰਾਮਚੰਦ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੇਰੇ ਤੇ ਵੀ ਮਿਹਰ ਕਰੋ, ਜੋ ਤੇਰੀ ਯਾਦ ਹਰ ਵੇਲੇ ਮੇਰੇ ਦਿਲ ਵਿੱਚ ਰਹੇ। ਤੂੰ ਮੈਥੋਂ ਕਦੀ ਵੀ ਨਾ ਵਿਸਰੇ ਤੇ ਦੇਹ ਅਰੋਗਤਾ ਬਖਸ਼ੋ ਜੀ। ਵੈਰਾਗ ਵਿੱਚ ਆ ਕੇ ਆਪਣੇ ਮਨ ਦਾ ਪਾਓ ਰਾਏ ਸਾਹਿਬ ਨੇ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਦਰਸਾਇਆ। ਜਨਮ ਮਰਨ ਦੁਖ ਕਟਿਐ ਪਿਆਰੇ, ਜਬ ਪੇਟੈ ਹਰ ਰਾਏ। ਸੁੰਦਰ ਸੁਘਰ ਸੁਜਾਨ ਪ੍ਰਭ ਮੇਰਾ, ਜੀਵਨ ਦਰਸ ਦਿਖਾਏ। ਜੋ ਜੀ ਤੁਝ ਤੇ ਬਿਛਰੇ ਪਿਆਰੇ, ਜਨਮ ਮਰੈ ਬਿਖ ਖਾਏ। ਜਿਸ ਤੂੰ ਮਿਲੇ ਸੋ ਮਿਲੈ ਪਿਆਰੇ, ਤਿਸ ਕੈ ਲਾਗੋਂ ਪਾਏ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ। ਸਾਚੀ ਪ੍ਰੀਤ ਨਾ ਟੁੱਟਈ ਪਿਆਰੇ, जुग जुग रही समाए। जो तुद पावै सो पला प्यारे, तेरी अमर रजाए। नानक रंग रते नारायण प्यारे, माते सहज सुभाए। ਤਾਂ ਸਤਿਗੁਰਾਂ ਫਰਮਾਇਆ, ਜੋ ਤੂੰ ਹੁਣ ਠੀਕ ਹੈ, ਤੇਰਾ ਦੁੱਖ ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਦੂਰ ਹੋ ਗਿਆ ਹੈ। ਅਸੀਂ ਹੁਣ ਵਾਪਸ ਘਰ ਜਾ ਰਹੇ ਹਾਂ। ਤਾਂ ਰਾਏ ਸਾਹਿਬ ਨੇ ਡਰਾਈਵਰ ਨੂੰ ਬੁਲਾਇਆ ਅਤੇ ਸਤਿਗੁਰਾਂ ਨੂੰ ਮੋਟਰ ਵਿੱਚ ਬੈਠਣ ਲਈ ਅਰਜ਼ ਕੀਤੀ। ਸਤਿਗੁਰਾਂ ਰਾਮਚੰਦ ਨੂੰ ਆਸ਼ੀਰਵਾਦ ਦਿੱਤੀ। ਉਪਰੰਤ ਰਾਏ ਸਾਹਿਬ ਦੇ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਾਹਿਬ ਜੀ ਨੇ ਰਸਾਲਪੁਰ ਰਾਏ ਸਾਹਿਬ ਦੇ ਘਰ ਚਰਨ ਪਾਏ ਅਤੇ ਉੱਥੋਂ ਹੀ ਕੈਮਲਪੁਰ ਵਾਪਸ ਆ ਗਏ। ਰਾਏ ਸਾਹਿਬ 10 ਦਿਨ ਦਰਿਆ ਦੇ ਕੰਢੇ ਰਹੇ। ਰਾਜੀ ਖੁਸ਼ੀ ਹੋकर ਸਿੱਧਾ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਆਏ ਕਰ ਹਾਜ਼ਰੀ ਭਰੀ ਅਤੇ ਆਪਣੇ ਸਾਹਿਬਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਰਸਾਲਪੁਰ ਵਾਪਸ ਚਲਾ ਗਿਆ। ਰਾਏ ਸਾਹਿਬ 10 ਦਿਨ ਦਰਿਆ ਦੇ ਕੰਢੇ ਰਹੇ। ਰਾਜੀ ਖੁਸ਼ੀ ਹੋकर ਸਿੱਧਾ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਆਏ ਕਰ ਹਾਜ਼ਰੀ ਭਰੀ ਅਤੇ ਆਪਣੇ ਸਾਹਿਬਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਰਸਾਲਪੁਰ ਵਾਪਸ ਚਲਾ ਗਿਆ। ਸਾਖੀ ਪੂਰੀ ਹੋਈ, ਏਕ ਓਂਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ
बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नारायण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। साखी श्री सतगुरु संगता साहिब द्वारा ਭੁੱਲੇ ਜੀਵਾਂ ਨੂੰ ਸਿੱਧੇ ਰਾਹ ਪਾਉਣ ਦੀ। ਇੱਕ ਦਿਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਇਸ ਸ਼ਬਦ ਦੀ ਕਥਾ ਕਰ ਰਹੇ ਸਨ। ਸੋਰਠ ਮਹੱਲਾ ਪੰਜਵਾਂ। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर दे सा रहाओ, तुम सब साजे साज निवाजे। जियो पिंड दे प्राणा, निर्गुणियारे गुण नहीं कोई। तुम दान देओ मेहरवाना, तुम करो पला हम पलो न जाने। तुम सदा सदा दयाला, तुम सुखदाई पुरख विधाते। तुम राखो अपने बाला, तुम निधान अटल सुल्तान। जी जंत सब जाचै, कहो नानक हम एह हवाला। राख संतन कै पाछै, तुम निधान अटल सुल्तान। जी जंत सब जाचै, कहो नानक हम यह हवाला। राख संतन कै पाछै। श्री सतगुरु भगवान दास जी ने बचन कीता, जो इस शब्द विच श्री गुरु अर्जन देव जी अपने प्रभु नूं संबोधन करके आखदे हन कि हे प्रभु, असी जीव अजिहे विकारी हाँ, मैल नाल भरे हाँ, ते तू अजिहा परोपकारी है कि तू मैलियां नूं उजल कर देंदा है। असी गुणहीन हाँ अते तू गुणा दे देण वाला दाता है। असी जीव मूरख हाँ ते तू सारियां सियाणपां दा मालक, चतुर अते सारियां कला नूं जानन वाला है। हे प्रभु, असी ऊपर वर्णित ਜਿਹੇ निर्गुणी हाँ ਅਤੇ तू सारियां कलावां ते शक्तियां दा स्वामी पवित्र दाता है। असी पापी हाँ ਅਤੇ तू पापां दा खंडनहार है।
ਤੇਰਾ ਚੰਗਾ ਦੇਸ਼ ਹੈ ਅਤੇ ਤੂੰ ਉਸ ਦਾ ਮਾਲਿਕ ਹੈ। हे ਪ੍ਰਭੂ, ਤੂੰ ਸਾਰੇ ਜੀਵਾਂ ਨੂੰ ਪ੍ਰਾਣ ਦਾਨ ਦੇ ਕੇ ਪੈਦਾ ਕੀਤਾ ਹੈ ਅਤੇ ਆਪਣੀਆਂ ਬਖਸ਼ਿਸ਼ਾਂ ਨਾਲ ਉਹਨਾਂ ਨੂੰ ਨਿਵਾਜ਼ਦਾ ਹੈ। ਜੀਵ, ਆਤਮਾ, ਸਰੀਰ ਦੇ ਪ੍ਰਾਣ ਤੇਰੇ ਹੀ ਦਿੱਤੇ ਹੋਏ ਹਨ। ਅਸੀਂ ਜੀਵ ਨਿਰਗੁਣੀ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਸਾਡੀ ਬੇਨਤੀ ਹੈ ਕਿ ਤੁਸੀਂ ਸਾਨੂੰ ਗੁਣਾਂ ਦਾ ਦਾਨ ਆਪਣੀ ਮਿਹਰ ਦੁਆਰਾ ਦਿਓ। हे ਪ੍ਰਭੂ, ਤੁਸੀਂ ਹਮੇਸ਼ਾ ਸਾਡਾ ਭਲਾ ਕਰਦੇ ਹੋ, ਪਰ ਅਸੀਂ ਤੇਰੀ ਭਲਾਈ ਨੂੰ ਜਾਣਨ ਦੀ ਯੋਗਤਾ ਨਹੀਂ ਰੱਖਦੇ। ਫਿਰ ਵੀ ਤੁਸੀਂ ਸਾਡੇ 'ਤੇ ਸਦਾ ਦਇਆ ਕਰਦੇ ਰਹਿੰਦੇ ਹੋ। हे ਸਰਬ ਵਿਆਪਕ, ਸੁੱਖਾਂ ਦੇ ਦਾਤੇ, ਸਾਰੀਆਂ ਵਿਧੀਆਂ ਦੇ ਮਾਲਿਕ, ਤੁਸੀਂ ਆਪਣੇ ਬੱਚਿਆਂ ਸੇਵਕਾਂ ਦੀ ਰੱਖਿਆ ਕਰੋ। ਇਹ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ, ਸਾਰੇ ਗੁਣਾਂ ਦੇ ਖਜ਼ਾਨੇ, ਸਰਬੱਤਰ ਜੀ ਸਭ ਕੁਝ ਤੇਰੇ ਤੋਂ ਹੀ ਮੰਗਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ हे ਪ੍ਰਭੂ, ਅਸੀਂ ਜੀਵ ਵੀ ਤੇਰੇ ਹਵਾਲੇ ਹਾਂ ਅਤੇ ਸਦਾ ਆਪਣੇ ਸੰਤਾਂ ਦੇ ਮੂੰਹ ਪਿੱਛੇ ਸਾਡੀ ਰੱਖਿਆ ਕਰੋ। ਕਥਾ ਤੋਂ ਉਪਰੰਤ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਸੰਗਤਾਂ ਨੂੰ ਇਹ ਸਾਖੀ ਸੁਣਾਈ। ਜਦੋਂ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ ਦਰਿਆ ਦੇ ਕਿਨਾਰੇ ਅਟਕ ਪਿੰਡ ਵਿੱਚ ਰਹਿੰਦੇ ਸਨ, ਜਦ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ ਦਰਿਆ ਦੇ ਕਿਨਾਰੇ ਅਟਕ ਪਿੰਡ ਵਿੱਚ ਰਹਿੰਦੇ ਸਨ, ਤਾਂ ਉਸ ਪਿੰਡ ਵਿੱਚ ਆਪ ਜੀ ਦੇ ਕੁਝ ਇੱਕ ਵਿਰੋਧੀ ਵੀ ਸਨ। ਸ੍ਰੀ ਸਤਿਗੁਰੂ ਸੰਗਤਾ ਜੀ ਪਾਸ ਹਰ ਧਰਮ ਦੇ ਆਦਮੀ ਆਉਂਦੇ ਸਨ ਅਤੇ ਉਹਨਾਂ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਸਨ। ਉੱਥੋਂ ਦੇ ਕੁਝ ਮੁਸਲਮਾਨ ਜਵਾਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿ ਇੱਕ ਹਿੰਦੂ ਪੀਰ ਦੀ ਇਤਨੀ ਮਾਨਤਾ ਹੋਵੇ। ਇੱਕ ਦਿਨ ਉਹਨਾਂ ਆਪਸ ਵਿੱਚ ਸਲਾਹ ਕੀਤੀ ਕਿ ਜਦ ਇਹ ਬਾਹਰ ਦਰਿਆ ਦੇ ਕਿਨਾਰੇ ਬਾਹਰ ਦਰਿਆ ਦੇ ਕਿਨਾਰੇ ਇਬਾਦਤ ਸਿਮਰਨ ਕਰਨ ਜਾਣ ਤਾਂ ਇਹਨਾਂ ਨੂੰ ਜਾਨੋਂ ਹੀ ਮਾਰ ਦਿੱਤਾ ਜਾਏ। ਸੋ ਜਦ ਅੰਮ੍ਰਿਤ ਵੇਲੇ ਸਤਿਗੁਰਾਂ ਬਾਹਰ ਸਿਮਰਨ ਲਈ ਸਮਾਧੀ ਲਗਾਈ ਤਾਂ ਉਸ ਵੇਲੇ ਆਪ ਜੀ ਦੇ ਨਾਲ ਕੁਝ ਹੋਰ ਸੇਵਕ ਵੀ ਸਨ। ਜਦੋਂ ਮੁਸਲਮਾਨ ਨੌਜਵਾਨ ਦਰਿਆ ਦੇ ਕੰਢੇ 'ਤੇ ਆਏ ਤਾਂ ਸ੍ਰੀ ਸਤਿਗੁਰੂ ਜੀ ਇਹਨਾਂ ਨੂੰ ਨਜ਼ਰ ਨਹੀਂ ਆਏ ਅਤੇ ਨਾ ਹੀ ਕੋਈ ਗੁਰੂ ਦੇ ਸੇਵਕ। ਦੂਜੇ ਦਿਨ ਵੀ ਉਹਨਾਂ ਨਾਲ ਇਉਂ ਹੀ ਹੋਈ। ਉਹਨਾਂ ਸੋਚਿਆ ਸ਼ਾਇਦ ਇਹ ਹੁਣ ਦਰਿਆ ਦੇ ਕੰਢੇ ਆਉਂਦੇ ਹੀ ਨਹੀਂ, ਇਸ ਵਾਸਤੇ ਇਹਨਾਂ ਨੂੰ ਇਹਨਾਂ ਦੇ ਘਰ ਹੀ ਮਾਰ ਦਿੱਤਾ ਜਾਏ। ਇਸ ਸਲਾਹ ਦੇ ਅਨੁਸਾਰ ਇਹ ਨੌਜਵਾਨ ਸ੍ਰੀ ਸਤਿਗੁਰੂ ਜੀ ਦੀ ਗਲੀ ਵਿੱਚ ਆਏ। ਸ੍ਰੀ ਸਤਿਗੁਰੂ ਸੰਗਤਾ ਜੀ ਦੇ ਘਰ ਦੇ ਬਾਹਰ ਦੇਖਿਆ ਤਾਂ ਉਹਨਾਂ ਨੂੰ ਨਜ਼ਰ ਆਇਆ ਕਿ ਬਾਹਰ ਕਿਸੇ ਮਨੁੱਖ ਦੇ ਅੰਗ ਕੱਟੇ ਪਏ ਹੋਏ ਹਨ। ਫਿਰ ਸੀਸ ਵੱਲ ਵੇਖਿਆ ਤਾਂ ਇਹ ਸੀਸ ਉਹਨਾਂ ਨੂੰ ਸਤਿਗੁਰੂ ਸੰਗਤਾ ਸਾਹਿਬ ਜੀ ਦਾ ਹੀ ਨਜ਼ਰ ਆਇਆ। ਉਹ ਆਪਸ ਵਿੱਚ ਕਹਿਣ ਲੱਗੇ, ਜਿਹੜਾ ਕੰਮ ਅਸੀਂ ਕਰਨ ਆਏ ਹਾਂ
ਇਹ ਕੰਮ ਪਹਿਲਾਂ ਹੀ ਕਿਸੇ ਹੋਰ ਨੇ ਕਰ ਦਿੱਤਾ ਹੈ। ਉਹ ਵਾਪਸ ਚਲੇ ਗਏ। ਸਵੇਰ ਹੋਈ, ਉਹ ਆਪਣੇ ਕਾਰ ਵਿਹਾਰ ਵਿੱਚ ਲੱਗ ਪਏ। ਦੁਪਹਿਰ ਨੂੰ ਜਦ ਇਹ ਸਤਿਗੁਰਾਂ ਜੀ ਦੀ ਹੱਟੀ ਅੱਗੋਂ ਸਤਿਗੁਰਾਂ ਜੀ ਦੀ ਹੱਟੀ ਅੱਗੋਂ ਦੀ ਲੰਘੇ ਤਾਂ ਵੇਖਿਆ ਬਾਬਾ ਜੀ ਤਾਂ ਮੰਜੀ 'ਤੇ ਬੈਠੇ ਹੋਏ ਢਿੜਨੀ ਕੱਤ ਰਹੇ ਹਨ। ਉਹ ਹੈਰਾਨ ਰਹਿ ਗਏ। ਉਹ ਫੇਰ ਇਕੱਠੇ ਹੋਏ ਤਾਂ ਸੋਚਣ ਲੱਗੇ ਕਿ ਅਸਾਂ ਆਪ ਇਹਨਾਂ ਦੇ ਸਿਰ ਅਤੇ ਧੜ ਨੂੰ ਵੱਖੋ ਵੱਖਰਾ ਵੇਖਿਆ ਸੀ। ਇਹ ਕੀ ਕਰਾਮਾਤ ਹੈ। ਉਹਨਾਂ ਰਾਤ ਨੂੰ ਫੇਰ ਜਾਣ ਦੀ ਸਲਾਹ ਕੀਤੀ। ਰਾਤੀ ਫੇਰ ਉਹਨਾਂ ਨੂੰ ਪਹਿਲੇ ਵਾਲਾ ਹੀ ਨਜ਼ਾਰਾ ਨਜ਼ਰ ਆਇਆ, ਪਰ ਇਹ ਪਹਿਲੇ ਨਜ਼ਾਰੇ ਨਾਲੋਂ ਭਿਆਨਕ ਸੀ। ਉਹ ਵਾਪਸ ਆਪੋ ਆਪਣੇ ਘਰਾਂ ਨੂੰ ਤੁਰ ਗਏ। ਅਗਲੇ ਦਿਨ ਉਹਨਾਂ ਨੇ ਸਤਿਗੁਰ ਸੰਗਤਾ ਸਾਹਿਬ ਜੀ ਨੂੰ ਆਪਣੀ ਦੁਕਾਨ ਤੋਂ ਬਾਹਰ ਮੰਜੀ 'ਤੇ ਬੈਠਿਆਂ ਹੋਇਆਂ ਤੱਕਿਆ ਤਾਂ ਇਹ ਵੀ ਆ ਕੇ ਉੱਥੇ ਖੜੇ ਹੋ ਗਏ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਲੋਕ ਖੜੇ ਸਨ, ਜਿਨ੍ਹਾਂ ਵਿੱਚ ਕੁਝ ਮੁਸਲਮਾਨ ਮਰਦ ਤੇ ਬੀਵੀਆਂ ਵੀ ਸਨ। ਉਹ ਵਾਰੀ ਬਾਬਾ ਜੀ ਨੂੰ ਆਦਾਬ ਕਹਿੰਦੇ ਅਤੇ ਆਪਣੀ ਬਿਮਾਰੀ, ਦੁੱਖ ਤੇ ਔਂਕੜ ਦਾ ਜ਼ਿਕਰ ਕਰਦੇ। ਸ੍ਰੀ ਸਤਿਗੁਰ ਜੀ ਬਿਮਾਰੀ ਦੀਆਂ ਦਵਾਈਆਂ ਦੱਸਦੇ ਅਤੇ ਦੁੱਖਾਂ ਦਰਦਾਂ ਦੇ ਮਾਰਿਆਂ ਨੂੰ ਕਹਿੰਦੇ ਖੁਦਾ ਨੂੰ ਯਾਦ ਕਰੋ, 5 ਵਕਤ ਨਮਾਜ਼ ਅਦਾ ਕਰੋ। ਉਸ ਮਾਲਕ ਨੂੰ ਦਿਲ ਵਿੱਚ ਵਸਾਓ, ਉਸ ਉੱਪਰ ਭਰੋਸਾ ਰੱਖੋ। ਉਹ ਕਾਰਸਾਜ਼ ਹੈ, ਬਖਸ਼ਿਸ਼ ਕਰੇਗਾ ਤੇ ਹਰ ਦੁੱਖ ਦਰਦ ਦੂਰ ਹੋ ਜਾਏਗਾ। ਬਾਬਾ ਜੀ ਦੇ ਇਹ ਉਪਦੇਸ਼ ਸੁਣ ਕੇ ਉਹਨਾਂ ਨੌਜਵਾਨ ਮੁਸਲਮਾਨਾਂ ਦਾ ਦਿਲ ਵੀ ਕੰਬ ਗਿਆ ਅਤੇ ਉਹ ਆਪਣੇ ਮਨਾਂ ਵਿੱਚ ਪਛਤਾਣ ਲੱਗੇ ਕਿ ਉਹ ਖੁਦਾ ਦੇ ਅਜਿਹੇ ਨੇਕ ਬੰਦੇ ਨੂੰ ਮਾਰਨ ਦਾ ਗੁਨਾਹ ਕਰਨ ਨੂੰ ਕਿਉਂ ਤੁਰ ਪਏ ਸਨ। ਉਹ ਵੀ ਬਾਬਾ ਜੀ ਨੂੰ ਆਦਾਬ ਕਹਿ ਕੇ ਬਾਬਾ ਜੀ ਨੂੰ ਬਖਸ਼ ਦੇਣ ਲਈ ਅਰਜ਼ ਕਰਨ ਲੱਗੇ। ਅਸੀਂ ਤਾਂ ਭੁਲੇਖੇ ਵਿੱਚ ਸਾਂ ਕਿ ਤੁਸੀਂ ਮੁਸਲਮਾਨਾਂ ਨੂੰ ਗਲਤ ਰਾਹ ਪਾ ਰਹੇ ਹੋ, ਪਰ ਤੁਸੀਂ ਤਾਂ ਵਲੀ ਅਲਾਹ ਹੋ ਤੇ ਸਭ ਦੇ ਸਾਂਝੇ ਪੀਰ ਹੋ। ਫਿਰ ਉਹਨਾਂ ਨੇ ਪਿਛਲੇ ਚੰਦ ਦਿਨਾਂ ਦਾ ਜ਼ਿਕਰ, ਜੋ ਕੁਝ ਉਹ ਕਰਨਾ ਚਾਹੁੰਦੇ ਸਨ ਅਤੇ ਜੋ ਕੁਝ ਉਹਨਾਂ ਨਾਲ ਬੀਤਿਆ ਸੀ, ਸ੍ਰੀ ਸਤਿਗੁਰ ਜੀ ਨਾਲ ਕੀਤਾ ਅਤੇ ਫਿਰ ਉਹਨਾਂ ਬਖਸ਼ ਦੇਣ ਦੀ ਅਰਜ਼ ਵੀ ਕੀਤੀ। ਤਾਂ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ, ਨਮਾਜ਼ ਪੜ੍ਹਨਾ ਨਾ ਭੁੱਲਿਓ, ਰੋਜ਼ੇ ਜ਼ਰੂਰ ਰੱਖਣਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਚੋਰੀ ਯਾਰੀ ਤੋਂ ਬਚਣਾ। ਖੁਦਾ ਸਭ ਤੋਂ ਵੱਡਾ ਕਾਰਸਾਜ਼ ਹੈ, ਉਹ ਉਹਨਾਂ ਨੂੰ ਜ਼ਰੂਰ ਬਖਸ਼ ਦੇਵੇਗਾ। ਉਹ ਇਹ ਉਪਦੇਸ਼ ਸੁਣ ਕੇ ਖੁਸ਼ੀ ਆਪਣੇ ਘਰ ਹੀ ਮੁੜ ਗਏ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਸੰਗਤ ਨੂੰ ਸਮਝਾਇਆ ਕਿ ਸ੍ਰੀ ਸਤਿਗੁਰੂ ਸੰਗਤਾ ਜੀ ਦਾ ਸਾਰਾ ਜੀਵਨ ਵਿਹਾਰ ਉਪਰੋਕਤ ਸ਼ਬਦ ਅਨੁਸਾਰ ਹੀ ਸੀ। ਸ੍ਰੀ ਸਤਿਗੁਰੂ ਸੰਗਤਾ ਜੀ ਦਾ ਸਾਰਾ ਜੀਵਨ ਵਿਹਾਰ ਉਪਰੋਕਤ ਸ਼ਬਦ ਅਨੁਸਾਰ ਹੀ ਸੀ। ਫਿਰ ਉਹਨਾਂ ਨੇ ਪਿਛਲੇ ਚੰਦ ਦਿਨਾਂ ਦਾ ਜ਼ਿਕਰ
ਜੋ ਕੁਝ ਉਹ ਕਰਨਾ ਚਾਹੁੰਦੇ ਸਨ ਅਤੇ ਜੋ ਕੁਝ ਉਹਨਾਂ ਨਾਲ ਬੀਤਿਆ, ਸ੍ਰੀ ਸਤਿਗੁਰੂ ਜੀ ਨਾਲ ਕੀਤਾ ਅਤੇ ਫਿਰ ਉਹਨਾਂ ਬਖਸ਼ ਦੇਣ ਦੀ ਅਰਜ਼ ਵੀ ਕੀਤੀ। ਤਾਂ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ, ਨਮਾਜ਼ ਪੜ੍ਹਨਾ ਨਾ ਭੁੱਲਿਓ, ਰੋਜ਼ੇ ਜ਼ਰੂਰ ਰੱਖਣਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਚੋਰੀ ਯਾਰੀ ਤੋਂ ਬਚਣਾ। ਖੁਦਾ ਸਭ ਤੋਂ ਵੱਡਾ ਕਾਰਸਾਜ਼ ਹੈ, ਉਹ ਤੁਹਾਨੂੰ ਜ਼ਰੂਰ ਬਖਸ਼ ਦੇਵੇਗਾ। ਉਹ ਇਹ ਉਪਦੇਸ਼ ਸੁਣ ਕੇ ਖੁਸ਼ੀ ਖੁਸ਼ੀ ਆਪਣੇ ਘੜੀ ਮੁੜ ਗਏ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਸੰਗਤ ਨੂੰ ਸਮਝਾਇਆ ਕਿ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ ਦਾ ਸਾਰਾ ਜੀਵਨ ਵਿਹਾਰ ਉਪਰੋਕਤ ਸ਼ਬਦ ਅਨੁਸਾਰ ਹੀ ਸੀ। ਸਾਖੀ ਪੂਰੀ ਹੋਈ। ਗਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਤੇਜੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿ ਸ਼ਬਦ ਗਾਵਣ ਆਏ ਸ਼ਬਦੋਤ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤੂ ਸਦਾਰੋ ਹਰ ਨਾਲ ਤੂੰ ਮਨ ਮੇਰੇ ਦੁਖ ਤਬ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਰ ਤਬ ਸਵਾ ਸਭ ਨਾਗਨਾ ਤਮਰਾ ਸੁਆਮੀ ਤੋ ਮਨੋ ਵਿਤਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਜੇ ਤਾਏ ਮਾਂ ਕਿਆ ਨਹੀਂ ਕਰਦੇ ਕਾਟਾ ਤੇਰੇ ਸਭ ਕੁਛਿਆ ਜਿਸੇ ਤੋਂ ਪਾਵੈ ਸਦਾ ਚਿਤ ਸਹਿਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾ ਤਾਂ ਭਗਵਾਨ ਕਰ ਸ਼ਾਂਤ ਮਨ ਆਏ ਵਸਿਆ ਜਿਨ ਇੱਛਾ ਤਾਂ ਪੂਜਾ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਤਬ ਤਰੋ ਪਿਆ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਤਵਾਗੇ ਤਬਤ ਵਾਜੇ ਕੱਲਾ ਜਿਤ ਕਰ ਤਾਰਿਆ ਪਾਇੰਦੋ ਤੁਦਵਤ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਤੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਚੁਗਿਓ ਤਿਤ ਕਰ ਅਨਿਅਤ ਵਾਜੇ ਅਨੰਤ ਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਪਏ ਦਰਤੇ ਪੂਰੇ ਗੁਰ ਤੇ ਜਾ ਸੁਣਤੇ ਪੁਨੀਤਾ ਤੇ ਪਵੇ ਸਤਿਗੁਰ ਰਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤ ਦੇਵ ਰਾਤੋ ਦਾਈ ਦਾਈ ਖੇਲਾ ਸਗਲ ਜਗਿਆ ਮੁਰਿਆਈਆ ਵਾਜੈ ਧਰਮ ਅਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਤ ਕਾਲ ਨਾਨਕ ਦੇ ਮੁਖ ਉਜਲੇ ਕੇ ਜਿਨੀ ਨਾਮ ਤੇ ਆਇਆ ਗਏ ਮਸਤ ਕਾਲ ਨਾਨਕ ਤੇ ਮੁਖ ਉਜਲੇ ਕੇ ਛੋਟੇ ਨਾਲ ਤੁਧ ਆਗੇ ਆਏ दास हमारी जियो पिंड सब तेरा प्यारिया कहो नानक सब तेरी वडियाई कोई ना न जाने
मेरा सतगुरु को नानक ताप तेरी वड्या ए कोई नाम न जाने मेरा सतगुरु एक ओंकार सतगुर प्रसाद अरदास तुझ आगे अरदास हमारे जियो पिंड सब तेरा कोह नानक सब तेरी वड्याई कोई नाम न जाने मेरा आद निरंकार जी सिमर कै गुरु नानक लई ते आए फिरंगा ते गुरु अमरदास रामदास ते होए सहाय अर्जन हर गोविंद नो सिमरो श्री हर राय श्री हर कृष्ण ते आइए जे डिठे सब दुख जाए ते एक बार सिमरिया कारण नो नित आवे ताए साफ ठाई होना ताए। दसवें पातशाह श्री गुरु गोबिंद सिंह जी महाराज साफ ठाई होना ताए। धन धन साहब श्री गुरु ग्रंथ साहब जी आप जी की महिमा कही न जाए। धन धन सतगुरु बालिक सिंह साहब जी चा धर्म का मार्ग दिया बताए। धन धन सतगुरु संता साहब जीओ सतगुरु राम सिंह साहब जी चा नाम दिया वर्ताए। धन धन सतगुरु नारायण दास साहब जी जिन जम तो लिया छड़ाए। धन धन सतगुरु साधु राम साहब जी जिन चरनी लिया लगाए। धन धन सतगुरु भगवान दास साहब जी जो अंते होए सहाय। धन धन सतगुरु सेवा राम साहब जी जो अंग संग होए सहाय। अंतरजामी सतगुरु जियो हाजरा हजूरो जारा जुहरो सर्व कला का पूर्णो पातशाह दियो। इस वक्त आप बख्शे के रहमत कार्यो अंबर तो लैके होण तक अपने सोहने दरबार से जाके सरबत सात संगत नूं दर्शन दे के निहाल कार्यो। आप जी दा कोटन कोटन धन्यवाद है। आप जी दे भाणे अंदर 4 पैर 8 सुख और कांता प्रतीत हुई है। आप जी दे भाणे अंदर 4 पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी। असी कल युग जी वहाँ खिन खिन बोलने हारा रोम रोम गुनागारा ना भुलनी ना भुलावी ना विसरी ना वितारी ओ काम करवाने जो आप जी नूं भावन ओ काम ना खुआने जो आप तो बेमुख होण। अंतरजामी सतगुरु जीओ आप जी ने बख्शिश रहमत कृपा की है। हो मूर्ख कारे लाहिया नानक हर कमे पातशाह जीओ अंबर तो लैके होण तक आप जी दे सोहने सचखंड दरबार अंदर दीवान सजे हैं। सजे दीवान अंदर जप प्रयोग नूं मुख रखते हुए नितनेम वरनी तैब जी होए हैं। तारिया जहान लिया विमान जिन्नी दर्शन पाया जिन्नी तुनू धन किया ते नम नेल न आया। गुरदेशां दे पाठ होए हैं सुखमनी साहब जी दे पाठ होए हैं। धन धन सतगुरु भगवान दास साहब जीओ आप दा जीवन चरित गुर इतिहास होया। आनंद साहब 6 पौड़ियां दे पाठ होए हैं। बाणी पढ़दिया होया नाम जपदिया होया बाणी सुनदिया होया बच्चियां सेवकां पासों अनेकों प्रकार दियां गलतियां ते व्यक्तियां होणगियां। अनजान बच्चे समझ के माफ़ करना अगों तो समझ बखनी शुद्ध बाणी पढ़न दी बल उद्यम उत्साह ते प्यार बखना आई हुई सबत साथ दे कार्य रास करने कदम लेखे लावने गाव्या सुनिया थाई पाउणा साहब जीओ अरदास ते बेनती है। आप जी दा महान फरमान है सतगुरु आयो शरण तुम्हारी मिलै सुख नाम अर शोभा चिंता लाए हमारी राहो अवर न सूझै दूजी ठायर आर परो तो द्वारे लेखा छोड़ अलेखा छूटै हम निर्गुण लियो उबारी सत बख्शिन सदा मेरवाना सबना दे आधारी नानक दास सन पाठै परियो राख लियो हो बारी जो मांगै ठाकुर अपने ते सोई तोई ही देवै नानक दास मुक्ते जो बोलै इयां उवां सच होवै शबद नूं मुख रखदे जो जो माई भाई आप जी दे सोहणे सचखंड दरबार अंदर अरदासां ते बेनतियां कारियां सरबत साध संगत दियां शुभ मनोकामना पूर्ण करनियां सरबत साध संगत नूं
नाम दान इशनान चाह पदार्थ बच के आदियाँ ब्यादियाँ उपा ਜਦੋਂ ਬਚਾ ਕੇ ਚਰਨਾਂ ਦਾ ਪਿਆਰ ਬਖਣਾ ਸਾਧ ਸੰਗਤ ਦੀ ਸੇਵਾ ਬਖਣੀ ਮਨ ਨੀਵਾ ਮਤ ਉੱਚੀ ਬਖਣੀ ਮਿਹਰ ਭਰਿਆ ਹੱਥਾਂ ਪਾਤਸ਼ਾਹ ਜੀਓ ਆਪ ਤੋਂ ਆਗਿਆ ਲੈ ਕੇ ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਅੰਮ੍ਰਿਤ ਤੇਰੇ ਆਪ ਦੇ ਸੋਹਣੇ ਸਰੂਪ ਪੋਤੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉਪਰੰਤ ਆਪ ਜੀ ਦਾ ਜੀਵਨ ਗੁਰ ਇਤਿਹਾਸ ਹੋਇਆ ਇਸ ਵਕਤ ਪਾਤਸ਼ਾਹ ਜੀਓ ਆਪ ਤੋਂ ਆਗਿਆ ਲੈ ਕੇ ਪੋਤੀ ਸਾਹਿਬ ਆਪ ਦੇ ਸਰੂਪ ਨੂੰ ਪਾਤਸ਼ਾਹ ਜੀਓ सेवा होएगी सवारा साहब होना आज्ञा ते प्रवानगी बखनी बख्शिश करनी रहमत करनी अते अपने निज स्थान ते जान की कृपालता करनी परिवार नूं अते सर्बत साध संग नूं सदा वास्ते हर प्रकार दियां खुशियां दी दात बखनी उपरांत कीर्तन दरबार सजणगे आज्ञा ते प्रवानगी बखनी रागी सिंघां दे कंठ रसीले करने अपनी सेवा आप जाने अपने कारज आप सवारने आप जी दे भरे खजान चो गला प्या देगा है आप जी नहीं लायक होवे आप जी का सीत प्रचार सबत सात अंगते वरते सही सज्जन मेलने जिन्ना मिलिया आप जी का सोहना पवित्र नाम चेत आवे श्री गुरु नानक नाम चढ़दी कला तेरे पाने सरबत का भला। बोले तो चरण साध के तोय तोय पियो कर्म साझी को अपना जियो साध की दूर करो स्नान सारी ऊपर जाई है कुर्बान साध सेवा वड पागी पाए साध संग हर कीर्तन गाये अनक बेगन ते साधु राखे हर गुण गाय अमृत रस चाखे ओट गए जी संत दर आया सर्ब सुख नानक ते पाया ओट गए जी सैबान दर आया सर्ब सुख सतगुरु संग ते पाया तारया जहान ले आया बेमान जिने दर्शन पाया जिने तुडनू तन गया तिन जम नेड़े नाया तारया जहान लिया अभिमान जिने सन पाया जिने तुडनू तन गया तिन जम नेड़े नाया तारया जहान लिया अभिमान जिने दर्शन पाया जिने तुडनू तन गया तिन जम नेड़े न जिने तुडनू तन गया तिन जम नेड़े न तुम्हारी शरण तुम्हारी आशा तुम ही सजन सोहेले राखो राखन हार दयाला नानक कर के गोले आपे हर एक रंग है आपे बोरंगी जोत पावे नानका साई गल चंगी कृपा करो दीन के दाते मेरा गुण आवे गण न विचारो कोई माटी का क्या तो पै स्वामी मानस की गट माटी का क्या तो पै स्वामी मानस की गट बिलावल महला पंजवा
बंधन काटे आप प्रभ होआ कृपाल दीन दयाल प्रभ पार ब्रह्म ताकि नदर निहाल बंधन काटे आप प्रभ होआ कृपाल दीन दयाल प्रभ पार ब्रह्म ताकि नदर निहाल गुर पूरे कृपा करी काट्या दुख रोग मन तन शीतल सुखी पिया प्रभ ध्यावन जोग राहो ओ कटे हर का नाम है जिते रोग न व्याप साध तंग मन तन हित फिर दुख न जाप हर 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 जापिया अंतर लिव लाहे किलव के उतर सुध होए साधु सरनाए सुनट जपट हर नाम जस ताकि दूर बलाहे महामंत्र नानक कथा हर क्या गुण गाए सुनत जपट हर नाम जस ताकि दूर बलाहे महामंत्र नानक कथा हर के गुण गाए बोले सो निहाल धन श्री गुरु नानक साहेब आप जी दी सदाई जय धन धन सतगुरु पालक सिंह साहेब आप जी दी सदाई जय धन धन सतगुरु संगदास साहेब आप जी दी सदाई जय धन धन सतगुरु नारायण दास साहेब आप जी दी सदाई जय धन धन सतगुरु साधु राम साहेब आप जी दी सदाई जय धन धन सतगुरु भगवान दास साहेब आप जी दी सदाई जय धन धन सतगुरु सेवा राम साहेब आप जी दी सदाई